मेरा पिंड मेरे खेत प्रोग्राम ਵਿੱਚ ਕਿਸਾਨ ਦੋਸਤੋ ਤੁਹਾਡਾ ਸਵਾਗਤ ਹੈ। ਬਹੁਤ ਇੱਕ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ, ਖੇਤੀ ਸਾਹਿਤ ਦਾ ਖੇਤੀਬਾੜੀ ਵਿੱਚ ਯੋਗਦਾਨ। ਔਰ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਸਾਡੇ ਦਰਮਿਆਨ ਪਹੁੰਚੇ ਨੇ ਡਾਕਟਰ ਸੁਰਿੰਦਰ ਕੁਮਾਰ ਥਿੰਦ ਜੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਸੇਵਾ ਨਿਭਾ ਰਹੇ ਨੇ। ਥਿੰਦ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਇਹ ਜਿਹੜਾ ਮੱਕਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਕਿਸਾਨਾਂ ਦਾ, ਉਹਦੇ ਵਿੱਚ ਜਿਹੜਾ ਖੇਤੀ ਸੰਚਾਰ ਕੇਂਦਰ ਹੈ ਉਹਦਾ ਉਸ ਤੋਂ ਕੀ ਭਾਵ ਹੈ? ਜੋ ਅਸੀਂ ਰਿਸਰਚ ਕਰਦੇ ਹਾਂ, ਜੋ ਅਸੀਂ ਨਵੀਆਂ ਤਕਨੀਕਾਂ ਲਿਆਉਣੇ ਆ, ਜੇ ਉਹ ਜ਼ਿਮੀਂਦਾਰ ਤੱਕ ਨਹੀਂ ਪਹੁੰਚਣਗੀਆਂ ਤਾਂ ਉਹਨਾਂ ਦਾ ਫਾਇਦਾ ਨਹੀਂ ਹੋ ਸਕੇਗਾ। ਸੋ ਜਿਹੜਾ ਸੰਚਾਰ ਕੇਂਦਰ ਹੈ, ਇਹਦੇ 'ਚ ਅਸੀਂ ਜਿਹੜੀ ਜਿੰਨੀ ਵੀ ਖੋਜ ਹੁੰਦੀ ਹੈ ਉਹਨੂੰ ਪ੍ਰਿੰਟ ਕਰਦੇ ਹਾਂ, ਪਬਲਿਸ਼ ਕਰਦੇ ਹਾਂ ਅਤੇ ਜ਼ਿਮੀਂਦਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਅਤੇ ਸੋਸ਼ਲ ਮੀਡੀਆ, ਇਹ ਜਿਹੜੇ ਮੇਨ 3 ਕੰਮ ਨੇ, ਇਹ ਅਸੀਂ ਜਿਹੜੀ ਹੈ ਸੰਚਾਰ ਕੇਂਦਰ ਤੋਂ ਸ਼ੁਰੂਆਤ ਕੀਤੀ ਹੈ ਅਤੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਰਫਤਾਰ ਦੇ ਨਾਲ ਜ਼ਮਾਨਾ ਅੱਗੇ ਲੰਘ ਰਿਹਾ ਹੈ, ਕਿ ਕਿਹੜੇ ਮਾਧਿਅਮ ਨੇ ਵੱਖਰੇ ਵੱਖਰੇ ਜਿਨ੍ਹਾਂ ਦੇ ਨਾਲ ਕਿਸਾਨਾਂ ਦੇ ਕੋਲ ਜਿਹੜਾ ਇਹ ਸਾਰਾ ਲਿਟਰੇਚਰ ਵਾ ਜਾਂ ਖੇਤੀ ਸਾਹਿਤ ਹੈ ਉਹ ਤੁਸੀਂ ਪਹੁੰਚਦਾ ਕਰਦੇ ਹੋ? ਹਾਂਜੀ, ਇਹਦੇ 'ਚ ਸਭ ਤੋਂ ਪਹਿਲਾਂ ਸਾਡੀ ਜਿਹੜੀ ਹੈ ਹਾੜੀ ਸੌਣੀ ਆਉਂਦੀ ਹੈ ਜੀ। ਹਾੜੀ ਸੌਣੀ ਦੀ ਅਸੀਂ ਕਿਤਾਬਾਂ ਛਾਪਦੇ ਹਾਂ ਜੀ, ਜਿਨ੍ਹਾਂ 'ਚ ਤਕਰੀਬਨ ਜਿੰਨੀ ਵੀ ਫਸਲਾਂ ਨੇ ਪੰਜਾਬ ਵਿੱਚ ਕਾਸ਼ਤ ਕੀਤੀਆਂ ਜਾਂਦੀਆਂ ਉਹਨਾਂ ਦਾ ਵੇਰਵਾ ਦਿੱਤਾ ਜਾਂਦਾ, ਕਿਹੜੀਆਂ ਵੈਰਾਈਟੀਆਂ ਨੇ, ਉਸ ਤੋਂ ਬਾਅਦ ਉਹਨਾਂ ਨੂੰ ਕਿਵੇਂ ਉਤਪਾਦਨ ਤਕਨੀਕਾਂ ਨੇ, ਕਿਵੇਂ ਉਹਨਾਂ ਦੀ ਬਿਮਾਰੀ ਕਿਹੜੇ ਰੋਕਣੇ ਆ, ਅਤੇ ਉਸ ਤੋਂ ਬਾਅਦ ਉਹਨਾਂ ਕੋਲ ਪੋਸਟ ਹਾਰਵੈਸਟ ਜਾਂ ਤੁੜਾਈ ਉਪਰੰਤ ਕੀ ਸੰਭਾਲ ਕਰਨੀ ਹੈ ਉਹ ਦਿੱਤਾ ਹੈ। ਇਹ ਹਾੜੀ ਦੀਆਂ ਕਿਤਾਬਾਂ ਨੇ, ਸੌਣੀ ਦੀਆਂ। ਇਸ ਤੋਂ ਇਲਾਵਾ ਅਸੀਂ ਖੇਤੀ ਵਿੱਚ ਬਦਲਾਅ ਲਈ ਜਿਹੜੀਆਂ ਫਲਾਂ ਅਤੇ ਸਬਜ਼ੀਆਂ ਅਤੇ ਫੁੱਲਾਂ 'ਤੇ ਵੀ ਬਹੁਤ ਜ਼ੋਰ ਦਿੰਦੇ ਹਾਂ। ਸੋ ਉਹਦੇ ਲਈ ਵੀ ਅਸੀਂ ਜਿਹੜੀਆਂ ਸਬਜ਼ੀਆਂ ਦੀਆਂ ਕਿਤਾਬਾਂ, ਫਲਾਂ ਦੀਆਂ ਕਿਤਾਬਾਂ ਅਤੇ ਫੁੱਲਾਂ ਦੀਆਂ ਕਿਤਾਬਾਂ, ਇਹ ਵੀ ਜਿਹੜੀਆਂ ਛਾਪਦੇ ਹਾਂ, ਕਿਉਂਕਿ ਉਹਦੇ ਵਿੱਚ ਜਿੰਨੀਆਂ ਵੀ ਨਵੀਆਂ ਤਕਨੀਕਾਂ ਨੇ, ਨਵੀਆਂ ਗਿਆਨ ਹੈ, ਉਹ ਜ਼ਿਮੀਂਦਾਰਾਂ ਤੱਕ ਪਹੁੰਚ ਸਕੇ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਹਫ਼ਤਾਵਾਰੀ ਮੈਗਜ਼ੀਨ ਵੀ ਅਸੀਂ ਕੱਢਦੇ ਹਾਂ। ਚੰਗੀ ਖੇਤੀ ਜੋ ਪੰਜਾਬੀ ਵਿੱਚ ਸ਼ਬਦ ਆ ਉਹ ਹਰ ਮਹੀਨੇ ਛਪਦਾ ਜੀ। ਦੂਸਰਾ ਅੰਗਰੇਜ਼ੀ 'ਚ ਪ੍ਰੋਗਰੈਸਿਵ ਫਾਰਮਿੰਗ, ਇਹ ਵੀ ਅਸੀਂ ਹਰ ਮਹੀਨੇ ਛਾਪਦੇ ਹਾਂ। ਅਤੇ ਤਕਰੀਬਨ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ, ਜਿਵੇਂ ਹੁਣ ਸਤੰਬਰ ਦਾ ਮਹੀਨਾ ਚੱਲਦਾ ਹੈ, ਅਖੀਰ ਸਤੰਬਰ 'ਚ ਅਸੀਂ ਅਕਤੂਬਰ ਵਾਲਾ ਜ਼ਿਮੀਂਦਾਰਾਂ ਦੇ ਘਰ ਤੱਕ ਪਹੁੰਚਾ ਦਿੰਦੇ ਹਾਂ, ਕਿਉਂਕਿ ਜੋ ਕੰਮ ਉਹਨਾਂ ਨੇ ਅਕਤੂਬਰ ਵਿੱਚ ਕਰਨਾ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਏ ਵੀ ਇਹ ਕੰਮ ਸਾਡੇ ਅਧੂਰੇ ਨੇ ਜਾਂ ਕਰਨ ਵਾਲੇ ਨੇ, ਅਸੀਂ ਇਹ ਅਕਤੂਬਰ ਵਿੱਚ ਕਰਨੇ ਆ। ਤਾਂ ਟਾਈਮ ਦੇ ਨਾਲ ਨਾਲ ਅਸੀਂ ਉਹਨਾਂ ਨੂੰ ਸੁਚੇਤ ਵੀ ਕਰਦੇ ਰਹਿੰਦੇ ਹਾਂ। ਫਿਰ ਇਸ ਵਿੱਚ ਜੋ ਵੀ ਨਵੀਆਂ ਤਕਨੀਕਾਂ ਨੇ, ਜੋ ਵੀ ਨਵਾਂ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੇ, ਨਵੀਆਂ ਕਿਸਮਾਂ ਨੇ, ਉਹ ਸਾਰਾ ਕੁਝ ਇਹਨਾਂ ਤੱਕ ਛਾਪ ਕੇ ਅਤੇ ਜ਼ਿਮੀਂਦਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਦੇਖਿਆ ਗਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਦੋਂ ਕਿਸਾਨ ਮੇਲੇ ਲਾਉਂਦੀ ਹੈ ਤਾਂ ਬਹੁਤ ਤਾਦਾਦ ਦੇ ਵਿੱਚ ਇਹ ਲੋਕ ਇਸ ਮੇਲੇ ਦਾ ਫਾਇਦਾ ਲੈਂਦੇ ਨੇ। ਹਾਂਜੀ। ਕੀ ਤੁਸੀਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਲਿਟਰੇਚਰ ਜਿਹੜਾ ਵਾ ਜਾਂ ਖੇਤੀ ਦੀ ਸਮੱਗਰੀ ਜਿਹੜੀ ਹੈ ਉਹ ਕੋਈ ਹਿੰਦੀ ਜਾਂ ਇਹਨਾਂ ਦੀ ਭਾਸ਼ਾ ਦੇ ਵਿੱਚ ਵੀ ਤਿਆਰ ਕਰਦੇ ਹੋ? ਕਿਸਾਨ ਭਾਵੇਂ ਜੰਮੂ ਦਾ ਹੋਵੇ ਭਾਵੇਂ ਹਰਿਆਣੇ ਦਾ ਹੋਵੇ, ਉਹ ਤਾਂ ਕਿਸਾਨ ਹੀ ਹੈ, ਯੂਨੀਵਰਸਿਟੀ ਦਾ ਸਾਥੀ ਹੈ। ਸੋ ਇਹਦੇ ਵਾਸਤੇ ਅਸੀਂ ਕੀ ਕੀਤਾ ਹੈ, ਅੰਗਰੇਜ਼ੀ 'ਚ ਵੀ ਛਾਪਦੇ ਹਾਂ ਸਾਹਿਤ, ਪੰਜਾਬੀ ਵਿੱਚ ਵੀ ਛਾਪਦੇ ਹਾਂ। ਅਤੇ ਅਸੀਂ 2 ਕੁ ਸਾਲਾਂ ਤੋਂ ਕੋਸ਼ਿਸ਼ ਕੀਤੀ ਹੈ, ਨਾਲ ਦਾ ਜਿਵੇਂ ਹਰਿਆਣਾ ਹੈ, ਜੰਮੂ ਕਸ਼ਮੀਰ ਹੈ, ਹਿਮਾਚਲ ਦੇ ਕੁਛ ਏਰੀਆ, ਉਹਨਾਂ ਵਾਸਤੇ ਅਸੀਂ ਹਿੰਦੀ 'ਚ ਵੀ ਜਿਹੜਾ ਹੁਣ ਛਾਪਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਜਿਹੜੀ ਹਾੜੀ ਸੌਣੀ ਦੀਆਂ ਸਿਫਾਰਸ਼ਾਂ ਵਾਲੀ ਕਿਤਾਬ ਹੈ, ਉਹ ਅਸੀਂ ਉਹਦਾ ਹਿੰਦੀ ਅਨੁਵਾਦ ਵੀ ਕਰ ਦਿੱਤਾ ਹੈ, ਤਾਂ ਕਿ ਸਾਡੇ ਜਿਹੜੇ ਗੁਆਂਢੀ ਸੂਬੇ ਹੈ ਉਹ ਵੀ ਜਿਹੜਾ ਵੱਧ ਤੋਂ ਵੱਧ ਜਿਹੜਾ ਖੇਤੀ ਨਾਲ ਜੁੜਨ ਅਤੇ ਇਸ ਦਾ ਸਾਹਿਤ ਦਾ ਫਾਇਦਾ ਲੈ ਕੇ ਇਹਨਾਂ ਸਿਫਾਰਸ਼ਾਂ ਨੂੰ ਆਪਣੇ ਖੇਤਾਂ ਵਿੱਚ ਅਮਲੀ ਜਾਮਾ ਪਵਾ ਕੇ ਵੱਧ ਤੋਂ ਵੱਧ ਜਿਹੜਾ ਝਾੜ ਲੈ ਸਕਣ ਅਤੇ ਆਪਣਾ ਮੁਨਾਫਾ ਕਮਾ ਸਕਣ। ਜਦੋਂ ਆਪਾਂ ਗੱਲ ਕਰਦੇ ਹਾਂ ਬਾਹਰਲੀਆਂ ਸਟੇਟਾਂ ਦੀ, ਉਹ ਆਪਣਾ ਇੱਥੋਂ ਲਿਟਰੇਚਰ ਜਾਂ ਤਾਂ ਫਿਰ ਉਹ ਆ ਕੇ ਲੈ ਜਾਂਦੇ ਨੇ, ਜਾਂ ਕਿਵੇਂ ਤੁਸੀਂ ਉਹ ਲਿਟਰੇਚਰ ਨੂੰ ਉਹਨਾਂ ਤੱਕ ਕਿਵੇਂ ਪਹੁੰਚਾਉਂਦੇ ਹੋ? ਹਰ ਕੋਈ ਬੰਦਾ ਜਿਹੜਾ ਯੂਨੀਵਰਸਿਟੀ ਲੁਧਿਆਣੇ ਨਹੀਂ ਪਹੁੰਚ ਸਕਦਾ, ਅਤੇ ਉਹਦੇ ਵਾਸਤੇ ਅਸੀਂ ਹਮੇਸ਼ਾ ਹੀ ਉਤਸ਼ਾਹਿਤ ਕਰਦੇ ਹਾਂ। ਇੱਕ ਤਾਂ ਯੂਨੀਵਰਸਿਟੀ ਦੇ ਵਿੱਚ ਜਿਹੜਾ ਲੁਧਿਆਣਾ ਦੇ ਵਿੱਚ ਸਾਡਾ ਸੈਂਟਰ ਹੈ, ਇੱਥੇ ਅਸੀਂ ਕਿਤਾਬਾਂ ਦੀ ਸੇਲ ਕਰਦੇ ਹਾਂ। ਜਿੱਥੇ ਸੇਲ ਕਰਦੇ ਹਾਂ ਉੱਥੇ ਅਸੀਂ ਕਾਊਂਟਰ ਲਗਾਇਆ, ਉੱਥੇ ਰਸੀਦਾਂ ਕੱਟ ਕੇ ਉਹਨਾਂ ਦਾ ਨਾਮ, ਪਤਾ ਵਗੈਰਾ ਨੋਟ ਕਰ ਲੈਂਦੇ ਹਾਂ ਅਤੇ ਮੁੜ ਕੇ ਡਾਕ ਦੇ ਰਾਹੀਂ ਉਹਨਾਂ ਦੇ ਘਰਾਂ ਤੱਕ ਪਹੁੰਚਾਉਣੇ ਆ ਜੀ। ਇਸੇ ਤਰ੍ਹਾਂ ਜਿਹੜੇ ਗੁਆਂਢੀ ਸੂਬੇ ਨੇ ਉਹ ਵੀ ਹੁਣ ਅਸੀਂ, ਜਿੱਦਾਂ ਦੀ ਕੋਵਿਡ ਮਹਾਂਮਾਰੀ ਨੇ ਸਾਰਾ ਕੁਝ ਰੋਕ ਦਿੱਤਾ, ਖੇਤੀ 'ਤੇ ਵੀ ਬਹੁਤ ਮਾੜਾ ਅਸਰ ਪਿਆ। ਈਵਨ ਜਿਹੜੇ ਸਾਡੇ ਕਿਸਾਨ ਸਾਡੇ ਕੋਲ ਪਹੁੰਚਦੇ ਸੀ ਉਹ ਵੀ ਨਹੀਂ ਪਹੁੰਚ ਪਾ ਰਿਹਾ। ਉਹਨਾਂ ਵਾਸਤੇ ਯੂਨੀਵਰਸਿਟੀ ਨੇ ਕੀ ਕੀਤਾ, ਇੱਕ ਔਨਲਾਈਨ ਜਿਹੜਾ ਅਸੀਂ ਖਾਤਾ ਖੋਲ੍ਹ ਲਿਆ ਬੈਂਕ 'ਚ, ਬੈਂਕ ਆਫ ਬੜੌਦਾ 'ਚ। ਉਹ ਤੁਸੀਂ ਘਰ ਬੈਠੇ ਹੀ ਜਿਹੜੀ ਵੀ ਯੂਨੀਵਰਸਿਟੀ ਦੀ ਕਿਤਾਬ ਜਾਂ ਪ੍ਰਕਾਸ਼ਨਾਵਾਂ ਲੈਣੀ ਹੈ, ਉਹ ਤੁਸੀਂ ਘਰ ਬੈਠੇ ਉਹਦੇ ਪੈਸੇ ਭਰ ਦਿਓ। ਪੈਸੇ ਭਰਨ ਤੋਂ ਬਾਅਦ ਤੁਹਾਡਾ ਅਕਾਊਂਟ ਸਾਰਾ ਕੁਝ ਸਾਡੇ ਕੋਲ ਆ ਜਾਊਗਾ।
ਉਸ ਤੋਂ ਬਾਅਦ ਕੀ ਕਹਿਣਾ, ਉਹ ਰਸੀਦ ਜਿਹੜੀ ਤੁਸੀਂ ਜਮ੍ਹਾਂ ਪੈਸੇ ਕਰਾਏ ਆ ਸਾਰਾ ਕੁਝ ਸਾਨੂੰ ਭੇਜ ਦੇਣਾ। ਨਾਲ ਹੀ ਤੁਸੀਂ ਉੱਥੇ ਭੇਜਣਾ ਤੁਹਾਡਾ ਨਾਂ, ਪਤਾ, ਪਿੰਡ ਕਿਹੜਾ ਹੈ, ਡਾਕਖਾਨਾ ਕਿਹੜਾ ਹੈ, ਤਹਿਸੀਲ ਕਿਹੜੀ ਹੈ, ਜ਼ਿਲ੍ਹਾ ਕਿਹੜਾ ਹੈ, ਮੋਬਾਈਲ ਨੰਬਰ ਤੇ ਈਮੇਲ। ਜੇ ਈਮੇਲ ਵੀ ਤੁਸੀਂ ਭੇਜ ਦਿਓ ਤਾਂ ਈਮੇਲ ਰਾਹੀਂ ਵੀ ਅਸੀਂ ਜਿਹੜਾ ਕਾਫੀ ਜਿਹੜਾ ਸਾਹਿਤ ਹੈ ਤੁਹਾਡੇ ਤੱਕ ਪਹੁੰਚਦਾ ਕਰ ਦਾਂਗੇ। ਸੋ ਇੱਕ ਨਵਾਂ ਉਪਰਾਲਾ ਹੈ ਵੀ ਤੁਸੀਂ ਆਨਲਾਈਨ ਵੀ ਪੈਸੇ ਭਰ ਕੇ ਤੇ ਸਾਡੇ ਕੋਲੋਂ ਸਾਹਿਤ ਪ੍ਰਾਪਤ ਕਰ ਸਕਦੇ ਹੋ। ਪਹਿਲੇ ਸੀ ਪੈਸੇ ਜਮ੍ਹਾਂ ਤੁਸੀਂ ਕਰਾ ਸਕਦੇ ਜੇ, ਡਰਾਫਟ ਬਣਾ ਕੇ ਭੇਜ ਸਕਦੇ ਜੇ, ਜਾਂ ਮਨੀ ਆਰਡਰ ਕਰਕੇ ਸਾਡੇ ਕੋਲ ਪੈਸੇ ਭੇਜ ਸਕਦੇ ਸੀ। ਪਰ ਜੋ ਹਾਲਾਤ ਹੁਣ ਬਣੇ ਆਉਂਦੇ ਆ ਤੇ ਆਨਲਾਈਨ ਵੀ ਅਸੀਂ ਜਿਹੜਾ ਪ੍ਰਬੰਧ ਕਰ ਸਕੇ ਹਾਂ, ਕਿਉਂਕਿ ਕੋਈ ਵੀ ਜ਼ਿਮੀਂਦਾਰ ਜਿਹੜਾ ਹੈ ਸਾਹਿਤ ਜਿਹੜਾ ਘਰ ਬੈਠੇ ਹਾਸਲ ਕਰ ਸਕੇ। ਇਸ ਪੀਰੀਅਡ ਦੇ ਵਿੱਚ ਜੇ ਮੈਂ ਸਿਖਲਾਈ ਦੀ ਗੱਲ ਕਰਾਂ, ਕਿਉਂਕਿ ਆਮ ਅਸੀਂ ਹੁਣ ਅਖਬਾਰਾਂ 'ਚ ਪੜ੍ਹਦੇ ਰਹਿੰਦੇ ਹਾਂ ਕਿ ਤੁਹਾਡੇ ਜਿਹੜੇ ਪ੍ਰੋਗਰਾਮ ਨੇ ਸਕਿੱਲ ਡਿਵੈਲਪਮੈਂਟ ਦੇ ਉਹ ਚੱਲਦੇ ਰਹਿੰਦੇ ਨੇ, ਔਰ ਉਹ ਫਿਰ ਤੁਸੀਂ ਕਿਸ ਤਰ੍ਹਾਂ ਅਰੇਂਜ ਕਰ ਰਹੇ ਹੋ ਕਿ ਸਾਰੇ ਪ੍ਰੋਗਰਾਮ ਜਿੰਨੇ ਨੇ ਉਹ ਸਾਰੇ, ਜਿਵੇਂ ਹੁਣ ਸਾਡੇ ਸਾਥੀ ਜਿਹੜੇ ਨੇ ਉਹ ਤੁਹਾਡੇ ਕੋਲੋਂ ਮਸ਼ਰੂਮ ਦਾ ਟ੍ਰੇਨਿੰਗ ਕੋਰਸ ਲੈ ਰਹੇ ਨੇ, ਉਹਨੂੰ ਫਿਰ ਕਿੱਦਾਂ ਪਲਾਨ ਕਰਦੇ ਹੋ ਤੇ ਕਿਸਾਨ ਕਿੱਦਾਂ ਜੁੜਦੇ ਆ? ਤਾਂ ਤੁਸੀਂ ਗੱਲ ਕੀਤੀ ਸੀ ਚੰਗੀ ਖੇਤੀ ਦੀ, ਤੇ ਮੈਂ ਵੀ ਪੜ੍ਹਿਆ ਕਿ ਚੰਗੀ ਖੇਤੀ ਦੇ ਵਿੱਚ ਵੀ ਤੁਸੀਂ ਸਾਰੇ ਹੀ ਤੁਹਾਡੇ KVK ਹੋਣ ਜਾਂ ਤੁਹਾਡਾ ਸਕਿੱਲ ਡਿਵੈਲਪਮੈਂਟ ਹੋ, ਸਾਰੇ ਤੁਸੀਂ ਪ੍ਰੋਗਰਾਮ ਛਾਪ ਦਿੰਦੇ ਜੀ, ਉਹ ਬੰਦਾ ਅੱਗੋਂ ਫਿਰ ਉਹਦੇ ਨਾਲ ਜੁੜ ਜਾਂਦਾ। ਇਹਦਾ ਥੋੜਾ ਜਿਹਾ ਸਾਡੇ ਕਿਸਾਨ ਭਰਾਵਾਂ ਨੂੰ ਡਿਟੇਲ 'ਚ ਦੱਸ ਦਿਓ। ਯੂਨੀਵਰਸਿਟੀ ਦੀ ਕੋਸ਼ਿਸ਼ ਇਹੋ ਰਹਿੰਦੀ ਹੈ ਜਿਹੜੇ ਸਾਡੇ ਕਿਸਾਨ ਨੇ ਜਾਂ ਜਿੰਨੇ ਨੌਜਵਾਨ ਨੇ ਉਹ ਵੱਧ ਤੋਂ ਵੱਧ ਖੇਤੀ ਨਾਲ ਜੁੜਨ ਤੇ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ। ਖੇਤੀ 'ਚ ਜੁੜਨ ਲਈ ਇੱਕੋ ਹੀ ਹੈ ਵੀ ਉਹਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਖੇਤੀ ਕਿਵੇਂ ਕਰਨੀ। ਉਹਦੇ ਵਾਸਤੇ ਕੀ ਅਸੀਂ ਜਿਹੜੀਆਂ ਟ੍ਰੇਨਿੰਗ ਦਿੰਦੇ ਹਾਂ, ਟ੍ਰੇਨਿੰਗ ਜਿਹੜੀਆਂ ਸਾਡੀ ਯੂਨੀਵਰਸਿਟੀ ਦੇ ਅੰਦਰ ਤੇ ਸਾਡੇ 18 ਕ੍ਰਿਸ਼ੀ ਗਿਆਨ ਕੇਂਦਰ ਅਲੱਗ-ਅਲੱਗ ਜ਼ਿਲ੍ਹਿਆਂ 'ਚ ਜਿਹੜੇ ਸਥਾਪਿਤ ਨੇ, ਉੱਥੇ ਵੀ ਹਰ ਮਹੀਨੇ ਤਕਰੀਬਨ ਹਰ KVK ਜਿਹੜਾ 5-6 ਦੇ ਲਾਈਕ ਜਿਹੜੀ ਹੈ ਟ੍ਰੇਨਿੰਗ ਦਿੰਦਾ। ਸੋ ਇਹ ਟ੍ਰੇਨਿੰਗ ਜਿਹੜਾ ਸ਼ਡਿਊਲ ਹੈ ਅਸੀਂ 2 ਮਹੀਨੇ ਪਹਿਲੇ ਤਿਆਰ ਕਰ ਲੈਂਦੇ ਹਾਂ। ਜਿਵੇਂ ਹੁਣ ਦੇਖ ਲਓ ਸਤੰਬਰ ਚੱਲਦਾ ਤਾਂ ਨਵੰਬਰ ਦਾ ਸ਼ਡਿਊਲ ਅਸੀਂ ਜਿਹੜੀ ਅਕਤੂਬਰ ਵਾਲੇ 'ਚ ਪਾ ਦਿੰਦੇ ਹਾਂ। ਜਦੋਂ ਮੈਗਜ਼ੀਨ ਪਹੁੰਚਦਾ ਉਹਦੇ 'ਚ ਲਿਖਿਆ ਹੁੰਦਾ ਕਿਹੜੇ ਜ਼ਿਲ੍ਹੇ ਵਿੱਚ ਕਿਹੜੀ KVK 'ਚ ਟ੍ਰੇਨਿੰਗ ਲੱਗ ਰਹੀ ਹੈ। ਤਾਂ ਜ਼ਿਮੀਂਦਾਰ ਉਸ ਚੰਗੀ ਖੇਤੀ ਜਾਂ ਪ੍ਰੋਗਰੈਸਿਵ ਫਾਰਮਿੰਗ ਤੋਂ ਪੜ੍ਹ ਕੇ ਤੇ ਉਹ ਸ਼ਡਿਊਲ ਜਿਹੜਾ ਹੈ ਵੇਖ ਕੇ ਆਪਣਾ ਨਾਮ ਦਰਜ ਕਰਾ ਕੇ ਤੇ ਟ੍ਰੇਨਿੰਗ ਲੈ ਸਕਦਾ ਵੀ ਇਸ ਤਰੀਕ ਨੂੰ ਇੱਥੇ ਟ੍ਰੇਨਿੰਗ ਲੱਗ ਰਹੀ ਹੈ, ਆਪਣੇ ਜ਼ਿਲ੍ਹਿਆਂ 'ਚ ਉਹ ਦੇਖ ਸਕਦਾ ਹੈ। ਤੇ ਇਸ ਤੋਂ ਇਲਾਵਾ ਕੀ ਹੈ, ਜਿੰਨੀਆਂ ਵੀ ਇਹ ਟ੍ਰੇਨਿੰਗ ਸਾਰੀਆਂ ਨੇ ਇਹਨਾਂ ਦਾ ਨਿਚੋੜ ਅਸੀਂ ਜਿਹੜਾ ਸਾਡੀ PAU ਦੀ ਵੈਬਸਾਈਟ ਹੈ www.pau.edu। ਸੋ ਇਸ ਸਾਈਟ ਤੇ ਤੁਸੀਂ ਖੋਲ ਕੇ ਡਾਇਰੈਕਟਰ ਪਸਾਰ ਸਿੱਖਿਆ ਦੇ ਵਿੱਚ ਕਮਿਊਨੀਕੇਸ਼ਨ ਸੈਂਟਰ ਹੈ, ਉੱਤੇ ਤੁਸੀਂ ਕਲਿੱਕ ਕਰਕੇ ਟ੍ਰੇਨਿੰਗ ਜਿਹੜਾ ਉਹ ਨੱਪ ਲਓ। ਜੋ ਟ੍ਰੇਨਿੰਗ ਤੁਸੀਂ ਖੋਲੋਗੇ ਉੱਥੇ ਆ ਜਾਣਗੀਆਂ ਵੀ ਇਸ ਮਹੀਨੇ ਕਿਹੜੀ ਟ੍ਰੇਨਿੰਗ ਲੱਗਣੀ ਹੈ। ਉੱਥੇ ਤੁਹਾਨੂੰ ਜਿਹੜਾ ਆਨਲਾਈਨ ਵੀ ਉੱਥੋਂ ਮਿਲ ਜਾਊਗਾ ਤੇ ਨਾਲ ਚੰਗੀ ਖੇਤੀ ਪ੍ਰੋਗਰੈਸਿਵ ਫਾਰਮਿੰਗ ਵਿੱਚ ਵੀ ਅਸੀਂ ਜਿਹੜਾ ਪ੍ਰਿੰਟ ਕੀਤਾ ਹੈ ਉੱਥੇ ਵੀ ਤੁਸੀਂ ਜਿਹੜਾ ਸਾਰਾ ਗਿਆਨ ਪ੍ਰਾਪਤ ਕਰਕੇ ਆਪ ਦੇ ਲੋੜੀਂਦੀ ਟ੍ਰੇਨਿੰਗ ਜਿਹੜੀ ਹੈ ਉਹ ਲਾ ਸਕਦੇ ਜੀ। ਡਾਕਟਰ ਸਾਹਿਬ ਗੱਲ ਇਹ ਹੈ ਕਿ ਦੇਖੋ ਇਹਨਾਂ ਪ੍ਰਕਾਸ਼ਨਾਵਾਂ ਤੋਂ ਇਲਾਵਾ ਹਾਂਜੀ ਹੋਰ ਵੀ ਇੰਨੇ ਤੁਹਾਡੇ ਹੁਣ ਝੋਨਾ ਖੜਾ ਵਾ ਤੇ ਉਹਨੂੰ ਕੋਈ ਕੀੜਾ ਲੱਗ ਗਿਆ ਜਾਂ ਕੋਈ ਬਿਮਾਰੀ ਲੱਗ ਗਈ ਜਾਂ ਕੋਈ ਹੋਰ ਮੁਸ਼ਕਲ ਆ ਗਈ ਜਾਂ ਕੋਈ ਮੱਕੀ ਖੜੀ ਆ, ਕੁਛ ਵੀ ਹੈ, ਤੇ ਤੁਹਾਡੇ ਵਿਗਿਆਨੀਆਂ ਨੂੰ ਤੇ ਪਤਾ ਲੱਗ ਜਾਂਦਾ ਕਿਉਂਕਿ ਤੁਹਾਡਾ ਜਿਹੜਾ ਸੈਟਅਪ ਬਣਿਆ ਹੋਇਆ ਵਾ ਬੜਾ ਵਧੀਆ ਵਾ। ਸਾਰੇ ਜ਼ਿਲ੍ਹਿਆਂ ਦੇ ਵਿੱਚ ਤੁਹਾਡੇ ਵਿਗਿਆਨੀ ਜਿਹੜੇ ਨੇ ਉਹ ਵਿਸਤਾਰ ਕਰ ਰਹੇ ਆ। ਸੋ ਉਹ ਜਿਹੜਾ ਮੈਸੇਜ ਦੇਣਾ ਹੁੰਦਾ ਕਿਸਾਨਾਂ ਨੂੰ ਵੀ ਹੁਣ ਆਹ ਨਹੀਂ ਕਰਨਾ ਤੇ ਆਹ ਕਰਨਾ, ਇਹਦੇ ਬਾਰੇ ਵੀ ਕੋਈ ਨਵੀਆਂ ਤਕਨੀਕਾਂ ਰਾਹੀਂ ਤੁਸੀਂ ਸੁਨੇਹਾ ਜਿਹੜਾ ਵਾ ਉਹ ਸਾਡੇ ਕਿਸਾਨਾਂ ਨੂੰ ਦਿੰਦੇ ਜੀ? ਹਾਂਜੀ ਅੱਜ ਕੱਲ੍ਹ ਡਿਜੀਟਲ ਦਾ ਜ਼ਮਾਨਾ ਆ ਗਿਆ ਜੀ। ਹਰ ਇੱਕ ਬੰਦੇ ਦੇ ਕਹਿ ਲਓ ਜੇਬ ਵਿੱਚ ਮੋਬਾਈਲ ਆ। ਇਸ ਡਿਜੀਟਲ ਨੂੰ ਅੱਗੇ ਲਿਜਾਂਦੇ ਹੋਏ ਸਾਡੇ ਕੋਲ ਕੀ ਹੈ, ਅਸੀਂ ਇੱਕ ਖੇਤੀ ਸੰਦੇਸ਼ ਪੰਜਾਬੀ ਦਾ ਮੈਗਜ਼ੀਨ ਆ, ਉਹ ਹਰ ਬੁੱਧਵਾਰ ਇਸ ਕਮਿਊਨੀਕੇਸ਼ਨ ਸੈਂਟਰ ਤੋਂ ਜਿਹੜਾ ਰਿਲੀਜ਼ ਹੁੰਦਾ, ਉਹ ਡਿਜੀਟਲੀ ਮੋਬਾਈਲ ਤੇ ਈਮੇਲ ਤੇ ਜ਼ਿਮੀਂਦਾਰਾਂ ਤੇ ਪਹੁੰਚਦਾ ਕਰਦੇ ਹਾਂ ਅਸੀਂ। ਸੋ ਹਰ ਬੁੱਧਵਾਰ ਇਹ ਜਿਹੜਾ ਜੋ ਉਸ ਹਫ਼ਤੇ ਦਾ ਕੰਮਕਾਰ ਹੁੰਦਾ, ਜੋ ਕਰਨ ਵਾਲਾ, ਜੋ ਯੂਨੀਵਰਸਿਟੀ ਵੱਲੋਂ ਨਵਾਂ ਉਹ ਸਾਰਾ ਲਿਖਿਆ ਗਿਆ, ਉਹ ਜਿਹੜਾ ਹਰ ਬੁੱਧਵਾਰ ਜ਼ਿਮੀਂਦਾਰ ਤੱਕ ਪਹੁੰਚਾਇਆ ਜਾਂਦਾ। ਇਸ ਤੋਂ ਇਲਾਵਾ ਅਸੀਂ ਸਾਡਾ ਐਗਰੋ ਐਡਵਾਈਜ਼ਰੀ ਬੁਲਟਿਨ ਇੱਕ ਹੈ, ਉਹ ਜਿਹੜਾ ਹੈ ਉਹ ਵੀ ਤਕਰੀਬਨ ਜਿਹੜਾ ਹਰ ਹਫ਼ਤੇ ਜਿਹੜਾ ਜ਼ਿਮੀਂਦਾਰ ਤੱਕ ਪਹੁੰਚਦਾ। ਉਹਦੇ 'ਚ ਜੋ ਕੁਛ ਤੁਸੀਂ ਕਰਨਾ ਹੈ ਇਸ ਹਫ਼ਤੇ ਉਹਦੇ ਬਾਰੇ ਗਿਆਨ ਦਿੱਤਾ ਜਾਂਦਾ। ਤੇ ਨਾਲ ਹੀ ਅਸੀਂ ਜਿਹੜੀ ਮੌਸਮ ਦੀ ਜਾਣਕਾਰੀ ਹੈ ਉਹ ਵੀ ਹਰ ਸੋਮਵਾਰ ਤੇ ਸ਼ੁੱਕਰਵਾਰ ਉਹ ਵੀ ਡਿਜੀਟਲੀ ਮੋਬਾਈਲ ਤੇ ਸਾਰੇ ਜ਼ਿਮੀਂਦਾਰਾਂ ਕੋਲ ਪਹੁੰਚਦੀ ਆ ਵੀ ਇਸ ਹਫ਼ਤੇ ਮੌਸਮ ਕਿੱਦਾਂ ਦਾ ਰਹੂਗਾ, ਬਰਸਾਤ ਪਊਗੀ ਕਿ ਨਹੀਂ ਪਊਗੀ, ਜਾਂ ਬਰਸਾਤ ਦੇ ਵਿੱਚ ਕੋਈ ਪਾਣੀ ਦੀ ਸਮੱਸਿਆ ਆ ਰਹੀ ਤਾਂ ਉਹਦਾ ਕੀ ਹੱਲ ਕਰਨਾ ਹੈ। ਉਹ ਵੀ ਜਿਹੜਾ ਹਫ਼ਤੇ ਦੇ ਵਿੱਚ 2 ਵਾਰ ਜ਼ਿਮੀਂਦਾਰ ਤੱਕ ਪਹੁੰਚਦਾ ਕਰਦੇ ਆ।
ਤੇ ਨਾਲ ਹੀ ਇਹਦੇ ਤੋਂ ਇਲਾਵਾ ਅਸੀਂ ਕੀ ਕਰਦੇ ਹਾਂ, ਕੋਈ ਹੋਰ ਚੀਜ਼ ਜਿਹੜੀ ਕਰੋਪੀ ਆ ਰਹੀ ਹੈ ਉਹ ਵੀ ਜਿਹੜਾ ਮੈਸੇਜ ਹੈ ਵੀ ਉਹ ਵੀ ਪਹੁੰਚਾਉਂਦੇ ਵੀ ਇਸ ਏਰੀਏ 'ਚ ਜਿਹੜਾ ਟਿੱਡੀ ਦਲ ਦਾ ਹਮਲਾ ਹੋ ਰਿਹਾ, ਜਾਂ ਚਿੱਟੀ ਮੱਖੀ ਦਾ ਨਰਮੇ ਤੇ ਹਮਲਾ ਹੋ ਰਿਹਾ, ਜਾਂ ਝੋਨੇ 'ਚ ਕੋਈ ਮੁਸ਼ਕਲ ਆ ਰਹੀ ਹੈ, ਤਾਂ ਉਹ ਵੀ ਜਿਹੜਾ ਮੈਸੇਜ ਹੈ ਹਰ ਹਫਤੇ ਜਿਹੜਾ ਜ਼ਿਮੀਂਦਾਰਾਂ ਤੱਕ ਪਹੁੰਚਦਾ ਹੈ। ਸੋ ਡਾਕਟਰ ਸਾਹਿਬ, ਇੱਕ ਨਾ ਤੁਸੀਂ ਗੱਲ ਕੀਤੀ ਹੈ ਡਿਜੀਟਲ ਅਖਬਾਰ ਦੀ, ਕਿ ਇਹ ਡਿਜੀਟਲ ਅਖਬਾਰ ਜਿਹੜੀ ਹੈ ਇਹ ਕਿਹੜੇ ਰੂਪ 'ਚ ਜਾਂਦੀ ਹੈ? ਜਿਵੇਂ ਹੁਣ ਹੋਰ ਅਖਬਾਰਾਂ ਤੇ ਸਵੇਰੇ ਉਹ ਆ ਜਾਂਦਾ ਸਿੱਟਣ, ਤੇ ਡਿਜੀਟਲ ਅਖਬਾਰ ਦੇ ਵਿੱਚ ਕਿਸ ਤਰ੍ਹਾਂ ਬੰਦੇ ਕੋਲ ਪਹੁੰਚਦੀ ਆ ਤੇ ਕਿਸ ਤਰ੍ਹਾਂ ਉਹ ਉਹਨੂੰ ਪੜ੍ਹਦਾ ਵਾ? ਤੇ ਜੇ ਮੈਂ ਕਹਿੰਦਾ ਵੀ ਮੈਂ ਡਿਜੀਟਲ ਅਖਬਾਰ ਮੈਨੂੰ ਵੀ ਆਉਣੀ ਚਾਹੀਦੀ, ਮੈਂ ਕੀ ਕਰਾਂ? ਅਸੀਂ ਜਿਹੜਾ ਜਿਵੇਂ ਦੱਸਿਆ ਹਰ ਬੁੱਧਵਾਰ ਜਿਹੜੇ ਹੈ ਤੁਹਾਡੇ ਕੋਲ ਉਹ ਜਿਹੜਾ ਖੇਤੀ ਸੰਦੇਸ਼ ਪਹੁੰਚ ਜਾਊਗਾ, ਤੇ ਨਾਲ ਹੀ ਉਸ ਤੋਂ ਬਾਅਦ ਜਿਹੜਾ ਐਗਰੋ ਐਡਵਾਈਜ਼ਰੀ ਬੁਲਟਿਨ ਹੈ ਉਹ ਵੀ ਤੁਹਾਨੂੰ ਇੱਥੇ ਪਹੁੰਚ ਜਾਊਗਾ ਉਸੇ ਨੰਬਰ ਮੋਬਾਈਲ ਤੇ। ਅਤੇ ਨਾਲ ਹੀ ਜਿਹੜੀ ਮੌਸਮ ਦੀ ਜਾਣਕਾਰੀ ਹੈ ਸੋਮਵਾਰ ਤੇ ਜਿਹੜੀ ਸ਼ੁੱਕਰਵਾਰ ਅਸੀਂ ਤੁਹਾਡੇ ਕੋਲ ਭੇਜਦੇ ਹਾਂ ਉਹ ਵੀ ਪਹੁੰਚ ਜਾਊਗੀ। ਇਸ ਤੋਂ ਇਲਾਵਾ ਕੀ ਹੈ, ਸਾਡੇ ਕੋਲ ਸੰਚਾਰ ਕੇਂਦਰ ਦੀ ਇੱਕ ਈਮੇਲ ਵੀ ਹੈ, adcom@pa.edu। ਇਹ ਸਾਡੀ ਈਮੇਲ ਹੈ। ਕੋਈ ਵੀ ਤੁਸੀਂ ਹੋਰ ਸਾਡੇ ਨਾਲ ਗੱਲਬਾਤ ਕਰਨੀ ਹੈ, ਜਾਂ ਕੋਈ ਸਾਨੂੰ ਪੁੱਛ-ਗਿੱਛ ਕਰਨੀ ਹੈ, ਕੋਈ ਸਲਾਹ ਲੈਣੀ ਹੈ, ਜਾਂ ਖੇਤੀ ਮੈਗਜ਼ੀਨ ਤੁਹਾਡੇ ਘਰ ਤੱਕ ਪਹੁੰਚਦੇ ਕਰਨਾ ਹੈ, ਤਾਂ ਤੁਸੀਂ ਸਾਨੂੰ ਈਮੇਲ 'ਤੇ ਵੀ ਆਪਣਾ ਸਾਰਾ ਕੁਝ ਭੇਜ ਦਿਓ, ਤਾਂ ਤੁਹਾਨੂੰ ਘਰ ਬੈਠੇ ਹੀ ਹਰ ਇੱਕ ਚੀਜ਼ ਜਿਹੜੀ ਹੈ ਇਹ ਸੁਵਿਧਾ ਪ੍ਰਾਪਤ ਹੋ ਜਾਊਗੀ। ਡਾਕਟਰ ਸਾਹਿਬ, ਇੱਕ ਤੁਸੀਂ ਗੱਲ ਕੀਤੀ ਸੀ ਕਿ ਕਿਸਾਨ ਭਾਵੇਂ ਕਿਤੇ ਬੈਠਾ ਹੋਵੇ ਤੇ ਉਹ ਆਪਣੇ ਕੋਈ ਵੀ ਫਸਲ ਹੈ ਤੇ ਉਹ ਫੋਟੋ ਖਿੱਚ ਕੇ ਉਹਦੀ, ਔਰ ਤੁਸੀਂ ਜਿਹੜਾ ਵਾ ਉਹਨੂੰ ਉਹਦਾ ਜਵਾਬ ਦੇ ਸਕਦੇ ਹੋ ਕਿ ਇਹ ਜਿਹੜੀ ਬਿਮਾਰੀ ਆ ਜਾਂ ਇਹ ਕੀੜਾ ਵਾ, ਇਹਨੂੰ ਕੋਈ ਕੁਛ ਨਹੀਂ ਜਾਂਦਾ ਸਪਰੇਅ ਕਰਨੀ, ਜਾਂ ਇਹਦੇ ਤੇ ਕਿਹੜੀ ਸਪਰੇਅ ਕਰਨੀ ਆ। ਸੋ ਇਹਦੇ ਬਾਰੇ ਸਾਡੇ ਕਿਸਾਨ ਭਰਾਵਾਂ ਨੂੰ ਜ਼ਰੂਰ ਦੱਸ ਦਿਓ, ਕਿਉਂਕਿ ਹੁੰਦਾ ਕੀ ਹੈ ਕਿ ਸਾਡਾ ਕਿਸਾਨ ਜਿਹੜਾ ਬਹੁਤ ਛੇਤੀ ਤੋਂ ਛੇਤੀ ਦਵਾਈ ਵੱਲ ਦੇਖਣਾ ਸ਼ੁਰੂ ਕਰ ਦਿੰਦਾ ਵੀ ਆਪਾਂ ਦਵਾਈ ਜਿਹੜੀ ਆ ਉਹ ਛਿੜਕੀਏ ਤੇ ਛੇਤੀ ਛੇਤੀ ਕੰਮ ਨਿਬੇੜੀਏ। ਸੋ ਇਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਕਿਸਾਨ ਭਰਾਵਾਂ ਨੂੰ ਦੱਸ ਦਿਓ। ਇਸ ਕੰਮ ਲਈ ਯੂਨੀਵਰਸਿਟੀ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ। ਯੂਨੀਵਰਸਿਟੀ ਦੇ ਅੰਦਰ ਇੱਕ ਪੌਦਿਆਂ ਦਾ ਹਸਪਤਾਲ ਸਥਾਪਿਤ ਕੀਤਾ ਹੈ, ਪਲਾਂਟ ਕਲੀਨਿਕ ਹੈ। ਉਹਦੇ 'ਚ ਸਾਡੇ ਜਿਹੜੇ ਨੰਬਰ ਹੈ 9463048181, ਇਸ ਨੰਬਰ 'ਤੇ ਤੁਸੀਂ ਫੋਟੋ ਖਿੱਚ ਲਓ ਜੋ ਵੀ ਤੁਹਾਡੇ ਖੇਤ 'ਚ ਮੁਸ਼ਕਲ ਆ। ਜੋ ਤੁਸੀਂ ਸਾਨੂੰ ਫੋਟੋ ਭੇਜੋਗੇ ਉਹਦੇ ਉੱਤੇ ਹੀ ਅਸੀਂ ਤੁਹਾਨੂੰ ਉਹਦਾ ਦੱਸਾਂਗੇ ਵੀ ਇਸ ਨੂੰ ਸਪਰੇਅ ਦੀ ਲੋੜ ਹੈ ਕਿ ਨਹੀਂ ਲੋੜ ਹੈ। ਜੇ ਕਿਸੇ ਘਾਟ ਦੀ ਹੈ ਤਾਂ ਇਸ ਘਾਟ ਵਿੱਚ ਤੁਸੀਂ ਕਿਹੜੀ ਸਪਰੇਅ ਕਰਨੀ ਹੈ, ਜੇ ਕੋਈ ਪਾਣੀ ਦੀ ਸਮੱਸਿਆ ਹੈ ਤਾਂ ਕੀ ਕਰਨਾ ਹੈ। ਮਤਲਬ ਹਰ ਇੱਕ ਚੀਜ਼ ਤੁਹਾਨੂੰ ਘਰ ਬੈਠੇ ਨੂੰ ਹੀ ਅਸੀਂ ਜਿਹੜਾ ਪਹੁੰਚਦੀ ਕਰਦੇ ਹੈਗੇ। ਗੱਲ ਇਹੋ ਹੀ ਕਰਨੀ ਹੈ ਵੀ ਜਿਹੜੀ ਆਪਣੀ ਜੇਬ ਕੱਪੜਿਆਂ ਦੀ ਲੱਗੀ ਹੁੰਦੀ ਹੈ ਦਿਲ ਦੇ ਕੋਲ ਆ, ਤੇ ਮੋਬਾਈਲ ਵੀ ਦਿਲ ਦੇ ਕੋਲ ਹੁੰਦਾ। ਅਸੀਂ ਅੱਜ ਤੋਂ ਬਾਅਦ ਜਿਹੜਾ ਨੰਬਰ ਦੱਸਿਆ ਤੁਹਾਡੇ ਦਿਲ ਦੇ ਵਿੱਚ ਬੈਠ ਗਏ ਆ, ਤੇ ਤੁਸੀਂ ਜਦੋਂ ਮਰਜ਼ੀ ਸਾਡੇ ਨਾਲ ਜਿਹੜੀ ਗੱਲਬਾਤ ਜਿਹੜੀ ਮੋਬਾਈਲ ਤੇ ਕਰਕੇ ਆਪਣੀ ਲੋੜੀਂਦੀ ਜੋ ਜਾਣਕਾਰੀ ਹੈ ਸਾਡੇ ਕੋਲ ਲੈ ਸਕਦੇ ਜੀ। ਜਿੰਨੀ ਮਰਜ਼ੀ ਗਿਆਨ ਜਿਹੜਾ ਵਾ ਖੇਤੀਬਾੜੀ ਵਾਲਾ ਉਹ ਤੁਹਾਡੇ ਕੋਲੇ ਪਹੁੰਚ ਸਕਦਾ। ਸੋ ਕਿਸਾਨ ਭਰਾਵੋ, ਦੇਰੀ ਆਪਾਂ ਕੋਈ ਨਹੀਂ ਕਰਨੀ, ਤੇ ਜਦੋਂ ਮੈਸੇਜ ਤੇ ਜਦੋਂ ਆਪਣੇ ਕੋਲੇ ਮੋਬਾਈਲ ਆ ਤਾਂ ਉਸੇ ਵੇਲੇ ਹੀ ਗੱਲਬਾਤ ਕਰੋ। ਡਾਕਟਰ ਸਾਹਿਬ ਹੁਣਾਂ ਨੇ ਮੋਬਾਈਲ ਨੰਬਰ ਵੀ ਤੁਹਾਨੂੰ ਜਿਹੜੇ ਉਹ ਦੱਸੇ ਨੇ। ਸੋ ਡਾਕਟਰ ਸਾਹਿਬ, ਅੱਜ ਕੱਲ੍ਹ ਇੱਕ ਤੁਹਾਡਾ ਲਾਈਵ ਪ੍ਰੋਗਰਾਮ ਜਿਹੜਾ ਉਹ ਬੜਾ ਜ਼ਿਆਦਾ ਪਾਪੂਲਰ ਹੋ ਰਿਹਾ, ਕਿਉਂਕਿ ਉਹਦੇ ਵਿੱਚ ਮੈਂ ਦੇਖਿਆ ਕਿ ਕਾਫੀ ਕਿਸਾਨ ਜਿਹੜੇ ਨੇ ਉਹ ਤੁਹਾਨੂੰ ਸਵਾਲ ਜਵਾਬ ਕਰਦੇ ਨੇ, ਔਰ ਤੁਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਜਵਾਬ ਵੀ ਦਿੰਦੇ ਹੋ। ਉਹ ਕਿੰਨਾ ਕੁ ਚਿਰ ਜਿਹੜਾ ਵਾ ਉਹ ਇੱਕ ਆਮ ਕਿਸਾਨ ਜਿਹੜਾ ਉਹ ਸਵਾਲ ਕਿਵੇਂ ਪੁੱਛ ਸਕਦਾ, ਔਰ ਦੂਸਰਾ ਉਹ ਕਿੰਨਾ ਕੁ ਚਿਰ ਜਿਹੜਾ ਵਾ ਉਹ ਤੁਹਾਡੇ ਸੈਟਅਪ ਸਿਸਟਮ 'ਤੇ ਪਿਆ ਰਹਿੰਦਾ, ਕਿਉਂਕਿ ਕਿਸਾਨ ਤਾਂ ਕਦੇ ਵੀ ਉਹਨੂੰ ਜਿਹੜਾ ਉਹ ਵੇਖ ਸਕਦਾ। ਦੂਸਰਾ ਮੇਰਾ ਸਵਾਲ ਇਹ ਸੀ ਕਿ ਅੱਜ ਕੱਲ੍ਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਆ ਬਹੁਤ ਜ਼ਿਆਦਾ ਉਪਰਾਲਾ ਕਰ ਰਹੀ ਆ ਕਿ ਜੋ ਫਸਲਾਂ ਦੀ ਰਹਿੰਦ ਖੂੰਹਦ, ਕਿਉਂਕਿ ਹੁਣ ਝੋਨੇ ਦੀ ਕਟਾਈ ਹੋਣੀ ਆ ਤੇ ਪਰਾਲੀ ਨੂੰ ਅਸੀਂ ਸਾਂਭਣ ਵਾਸਤੇ ਕੀ ਉਹਦੇ ਵਾਸਤੇ ਵੀ ਕੋਈ ਤੁਸੀਂ ਖੇਤੀ ਸਾਹਿਤ ਜਾਂ ਕੋਈ ਵੀਡੀਓ ਜਾਂ ਕੋਈ ਇਹੋ ਜਿਹਾ ਫੇਸਬੁੱਕ ਇਹੋ ਜਿਹੇ ਉਪਰਾਲੇ ਕਰ ਰਹੇ ਹੋ? ਅਸੀਂ ਯੂਨੀਵਰਸਿਟੀ ਨੇ PU ਫੇਸਬੁੱਕ ਲਾਈਵ ਪ੍ਰੋਗਰਾਮ ਸ਼ੁਰੂ ਕੀਤਾ। ਇਹ ਜਿਹੜਾ ਪ੍ਰੋਗਰਾਮ ਹੈ ਹਰ ਬੁੱਧਵਾਰ 11 ਵਜੇ ਤੋਂ ਪੌਣੇ 12 ਤੱਕ 45 ਮਿੰਟ ਦਾ ਅਸੀਂ ਇੱਥੇ ਪੇਸ਼ ਕਰਦੇ ਹਾਂ। ਉਹਦੇ 'ਚ ਜਿਹੜਾ ਆਨਲਾਈਨ ਜਿਹੜੇ ਕਿਸਾਨ ਸਾਡੇ ਨਾਲ ਜੁੜਦੇ ਆ, ਉਹਦੇ 'ਚ ਤੁਸੀਂ ਆਪਣੀ ਕੋਈ ਵੀ ਤੁਹਾਨੂੰ ਮੁਸ਼ਕਲ ਆ ਰਹੀ ਹੈ ਆਨਲਾਈਨ ਤੁਸੀਂ ਪੁੱਛ ਸਕਦੇ ਜੇ। ਸਾਡੇ ਜਿਹੜੇ ਯੂਨੀਵਰਸਿਟੀ ਦੇ ਮਾਹਰ ਉਹ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਆ। ਇਸ ਤੋਂ ਇਲਾਵਾ ਹੋਰ ਵੀ ਜੋ ਵੀ ਯੂਨੀਵਰਸਿਟੀ ਨਵੀਆਂ ਸਿਫਾਰਸ਼ਾਂ ਹੋ ਰਹੀਆਂ ਅਸੀਂ ਉਹਦੇ ਵਿੱਚ ਵੀ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ, ਕਿ ਕਿਉਂਕਿ ਪੌਣੇ ਘੰਟੇ ਦੇ ਵਿੱਚ ਤੁਸੀਂ ਸਾਡੇ ਨਾਲ ਜਿਵੇਂ ਮਰਜ਼ੀ ਗੱਲਬਾਤ ਕਰ ਸਕਦੇ ਜੀ।
ਜੋ ਤੁਹਾਨੂੰ ਮੁਸ਼ਕਲਾਂ ਆ ਰਹੀਆਂ ਨੇ ਤੇ ਉਹ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਜੇ। ਤੇ ਇਹ ਤੁਸੀਂ ਪ੍ਰੋਗਰਾਮ ਹਰ ਬੁੱਧਵਾਰ ਜਿਹੜਾ ਹੈ 11 ਤੋਂ ਪੌਣੇ 12 ਦੇ ਵਿੱਚ ਸਾਡੇ ਨਾਲ ਜੁੜਿਆ ਕਰੋ ਤੇ ਵੱਧ ਤੋਂ ਵੱਧ ਜਿਹੜਾ ਗਿਆਨ ਪ੍ਰਾਪਤ ਕਰਿਆ ਕਰੋ। ਅਤੇ ਦੂਸਰਾ ਤੁਸੀਂ ਕਿਹਾ ਸੀ ਵੀ ਜਿਹੜਾ ਹੁਣ ਪਰਾਲੀ ਦਾ ਅੱਗੇ ਝੋਨਾ ਕੱਟ ਕੇ ਸਮੱਸਿਆ ਆਉਣੀ ਹੈ, ਉਹਦੇ ਵਾਸਤੇ ਜਿਹੜਾ ਸਾਡਾ ਹੁਣ ਅਕਤੂਬਰ ਦਾ ਚੰਗੀ ਖੇਤੀ ਪ੍ਰੋਗਰੈਸਿਵ ਫਾਰਮਿੰਗ ਹੈ ਇਸ਼ੂ ਆ ਰਿਹਾ ਹੈ, ਉਹਦੇ ਵਿੱਚ ਸਿਰਫ ਪਰਾਲੀ ਦੀ ਸੰਭਾਲ ਬਾਰੇ ਹੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਤੁਹਾਡੇ ਤੱਕ ਜੋ ਕੁਝ ਅਜੇ ਤੱਕ ਯੂਨੀਵਰਸਿਟੀ ਨੇ ਇਹਦੇ 'ਤੇ ਨਵੀਆਂ ਕਾਢਾਂ ਕੱਢੀਆਂ, ਨਵੀਆਂ ਸਿਫਾਰਸ਼ਾਂ ਕੀਤੀਆਂ, ਉਹ ਸਾਰਾ ਕੁਝ ਹੀ ਜਿਹੜਾ ਅਸੀਂ ਅਕਤੂਬਰ ਦੇ ਇਸ਼ੂ ਵਿੱਚ ਪਾ ਦਿੱਤਾ ਵੀ ਅਸੀਂ ਹੁਣ ਜਿਹੜਾ ਝੋਨੇ ਕਟਾਈ ਤੋਂ ਬਾਅਦ ਇਹ ਪਰਾਲੀ ਨੂੰ ਕਿਵੇਂ ਸੰਭਾਲਣਾ। ਸੋ ਜਿਹੜਾ ਚੰਗੀ ਖੇਤੀ ਤੇ ਪ੍ਰੋਗਰੈਸਿਵ ਫਾਰਮਿੰਗ ਅਕਤੂਬਰ ਦਾ ਆ ਰਿਹਾ ਹੈ, ਤੁਸੀਂ ਉਹ ਜ਼ਰੂਰ ਖਰੀਦੋ ਤੇ ਉਹਦੇ ਵਿੱਚ ਪੜ੍ਹ ਕੇ ਆਪਣੀ ਪਰਾਲੀ ਦੀ ਸਾਂਭ ਸੰਭਾਲ ਜ਼ਰੂਰ ਕਰੋ। ਮੈਂ ਪਿੱਛੇ ਜੇ ਤੁਹਾਡੇ ਕੁਝ ਵੀਡੀਓ ਵੀ ਦੇਖੀਆਂ ਸੀ, ਉਹਦੇ ਮਾਧਿਅਮ ਰਾਹੀਂ ਵੀ ਤੁਸੀਂ ਨਾ ਸਾਡੇ ਕਿਸਾਨ ਭਰਾਵਾਂ ਨੂੰ ਸੁਨੇਹਾ ਦੇ ਰਹੇ ਸੀ ਵੀ ਇਹਦੇ ਨੁਕਸਾਨ ਕੀ ਆ, ਇਹਦੇ ਫਾਇਦੇ ਕੀ ਹੈ ਔਰ ਆਪਾਂ ਕਿਸ ਤਰ੍ਹਾਂ ਇਹਨੂੰ ਰੋਕ ਸਕਦੇ ਹਾਂ, ਇਸ ਬਾਬਤ ਵੀ ਤੁਸੀਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਸੀ। ਸੋ ਡਾਕਟਰ ਥਿੰਦ ਸਾਹਿਬ, ਬਹੁਤ ਹੀ ਵਧੀਆ ਇਹ ਖੇਤੀ ਸੰਚਾਰ ਕੇਂਦਰ ਹੈ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ, ਤੁਹਾਡੇ ਦੁਆਰਾ ਜਿਹੜਾ ਕਿਸਾਨਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਮਿਲ ਰਹੀ ਹੈ, ਖੇਤੀ ਸਾਹਿਤ ਮਿਲ ਰਿਹਾ ਹੈ, ਹੋਰ ਤਕਨਾਲੋਜੀ ਜਿਹੜੀ ਹੈ ਉਹ ਕਿਸਾਨਾਂ ਤੱਕ ਇਸ ਮਾਧਿਅਮ ਰਾਹੀਂ ਜਿਹੜੀ ਤੁਸੀਂ ਪਹੁੰਚਾ ਰਹੇ ਹੋ। ਸਾਡੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। भारत सरकार ने देश के करोड़ों किसानों की आजीविका को सुरक्षित कर उनके जीवन को खुशहाल बनाने के लिए सुरक्षा कवच के रूप में प्रधानमंत्री फसल बीमा योजना का उपहार दिया। ये कल्याणकारी योजना प्राकृतिक आपदाओं से फसल का नुकसान होने पर किसानों को उचित मुआवजा देकर उनकी आजीविका सुरक्षित करती है। किसान भाइयों और बहनों, आज पूरा देश कोरोना जैसी महामारी के दौर से गुजर रहा है। इस कठिन समय में भी आप बिना रुके, बिना थके लगातार अपने खेतों में पसीना बहा रहे हैं। आपकी कड़ी मेहनत से आज देश अनाज उत्पादन में आत्मनिर्भर हो गया है और आगे भी बना रहेगा, ऐसा मुझे पूरा विश्वास है। किसान भाइयों और बहनों, भारत सरकार ने किसानों के व्यापक हित को ध्यान में रखते हुए एवं प्राकृतिक आपदाओं से फसल की क्षतिपूर्ति हेतु वर्ष 2016 से महत्वाकांक्षी प्रधानमंत्री फसल बीमा योजना आरंभ की थी। सरकार की विकास नीति एवं इस योजना के सफल कार्यान्वयन हेतु हमने समय समय पर इसमें उचित बदलाव भी किए हैं। किसान बहुत ही कम प्रीमियम पर अपनी फसल का बीमा कर सकते हैं, जहां प्रीमियम का शेष हिस्सा भारत सरकार प्रदान करती है और राज्य सरकारें भी इसमें योगदान करती हैं। खरीफ 2020 सीजन से इस योजना से जुड़ना सभी किसानों के लिए स्वैच्छिक कर दिया गया है। आप प्रधानमंत्री फसल बीमा योजना से जुड़ेंगे तो संकट काल में यह योजना आपके लिए वरदान एवं सुरक्षा कवच के रूप में काम करेगी। भाइयों और बहनों, लॉकडाउन के दौरान इस योजना के अंतर्गत लगभग 8,090 करोड़ रुपयों से अधिक के दावों का भुगतान कर दिया गया है। वर्ष 2016 में यह योजना आरंभ हुई थी। इसके बाद 3 वर्षों में किसानों ने प्रीमियम के रूप में लगभग 13,000 करोड़ रुपया जमा किया, लेकिन जब प्राकृतिक आपदाओं के कारण उनकी फसलें बर्बाद हुईं तो उन्हें प्रीमियम से लगभग 4.5 गुनी राशि, लगभग 64,000 करोड़ रुपए मुआवजे के तौर पर प्राप्त हुई। इससे उनकी आजीविका सुरक्षित बनी रही। किसान भाइयों और बहनों, यदि ऋणी किसान बीमा योजना का लाभ उठाना नहीं चाहता तो उसे कट ऑफ तारीख से कम 7 दिन पहले संबंधित बैंक शाखा जिससे उसने फसली ऋण लिया है में अपना आवेदन दाखिल कर देना चाहिए। भारत सरकार ने यह कदम कई कृषक समूहों की मांग और उनकी सलाह पर उठाया है, क्योंकि हम सबका साथ, सबका विकास और सबका विश्वास की नीति पर चलते हैं। इस बदलाव के बावजूद प्रीमियम की हिस्सेदारी में कोई बदलाव नहीं किया गया, वह पहले जैसी ही है, यानी सभी खरीफ फसलों के लिए अधिकतम 2%, सभी रबी फसलों के लिए 1.5% और व्यावसायिक तथा बागवानी फसलों के लिए अधिकतम 5% है। एक अन्य बड़ा बदलाव करते हुए अब बीमा कंपनियों को
उनसे संबंधित राज्यों में 3 वर्ष के लिए व्यवसाय आवंटित करने का अधिकार दिया गया है। इससे अब बीमा योजना का लाभ दूर दराज के गांवों तक पहुंचने में मदद मिलेगी और बीमा कंपनियां किसानों की सेवा बेहतर रूप से कर सकेंगी और दावों के निपटान में भी शीघ्रता लाई जा सकेगी। भाइयों और बहनों, हमने ऐसी व्यवस्था की है कि अब प्रीमियम सब्सिडी में राज्यों की हिस्सेदारी और फसल कटाई से संबंधित आंकड़े शीघ्रता से जारी हो जाएं। दावों के शीघ्र भुगतान में यह एक मुख्य बाधा थी जो अब दूर कर दी गई है। अब दावों को लटकाने भटकाने की गुंजाइश नहीं है। हम शीघ्र भुगतान, किसान का कल्याण के रास्ते पर आगे बढ़ चले हैं। इसी क्रम में भारत सरकार ने राज्यों और केंद्र शासित प्रदेशों को और अधिकार देकर बीमा योजना को लचीला बना दिया है। अब वे अपनी स्थानीय आवश्यकताओं के अनुसार आपदाओं को शामिल कर सकते हैं। उनके पास आपदाओं को चुनने का विकल्प उपस्थित है। किसान भाइयों और बहनों, मैं आपको विश्वास दिलाना चाहता हूँ, माननीय प्रधानमंत्री जी के नेतृत्व में भारत सरकार आपकी समृद्धि के रास्ते में आने वाली हर बाधा को दूर करने के लिए प्रतिबद्ध है। हमने प्रधानमंत्री फसल बीमा योजना को स्वैच्छिक अवश्य कर दिया है, परंतु अपनी भलाई, अपने कल्याण और अपनी आजीविका की सुरक्षा के लिए इसे आप जरूर अपनाएं। इस योजना में पंजीकरण के लिए ऋणी किसान सेवारत बैंक शाखा में जा सकते हैं, जहां से उन्होंने केसीसी कृषि ऋण लिया है। कॉमन सर्विस सेंटर क्षेत्र में काम करने वाली बीमा कंपनियों के प्रतिनिधि या स्थानीय कृषि कार्यालय से भी संपर्क कर सकते हैं। फसल बीमा पोर्टल www.pmfby.gov.in एवं फसल बीमा ऐप के माध्यम से भी पंजीकरण किया जा सकता है। खुशहाल किसान ही समृद्ध भारत की बुनियाद है। इसी भाव के साथ मैं आपके परिवार, खेत खलिहान एवं पंचायत के हर नागरिक की खुशहाली की कामना करता हूँ। जय हिंद, जय भारत, जय किसान। किसानों की खुशहाली और समृद्धि का संकल्प कर रहा है सच प्रधानमंत्री फसल बीमा योजना का सुरक्षा कवच।